ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ NRI ਵਰਡ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਪ੍ਰਦੀਪ ਅਰੋੜਾ ਜੀ, ਪੋਲੀਟੀਕਲ ਐਨਾਲਿਸਟ। ਪ੍ਰਦੀਪ ਜੀ, ਵੈਲਕਮ ਟੂ ਦ ਸ਼ੋ। ਸਭ ਤੋਂ ਪਹਿਲਾਂ ਮੈਂ ਪੰਜਾਬ ਮੇਲ USA ਦੇ ਦਰਸ਼ਕ ਜੋ ਆਲ ਅਕ੍ਰੋਸ ਦਾ ਵਰਲਡ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਾਂ, ਮੇਰਾ ਸਭ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਔਰ ਆਦਾਬ। ਜੀ ਪ੍ਰਦੀਪ ਜੀ, ਬਹੁਤ ਚੰਗਾ ਲੱਗ ਰਿਹਾ ਕਿ ਅਸੀਂ ਆਪਣੇ ਦਰਸ਼ਕਾਂ ਨਾਲ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ। ਸੋ ਸਟਾਰਟ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਜੋ ਗ੍ਰੀਨ ਕਾਰਡ ਹੋਲਡਰਸ ਨੇ, ਇੰਡੀਅਨਸ ਅਮਰੀਕਾ ਵਿੱਚ ਰਹਿੰਦੇ ਨੇ। ਪਿੱਛੇ ਜੇ ਕਾਫੀ ਨਿਊਜ਼ ਆ ਰਹੀਆਂ ਸੀ ਕਿ ਉਹਨਾਂ ਦਾ ਕਾਫੀ ਬੈਨੀਫਿਟ ਹੋਣ ਵਾਲਾ ਹੈ, ਕੁਝ ਨਵੀਆਂ ਡਿਵੈਲਪਮੈਂਟਸ ਹੋਣ ਵਾਲੀਆਂ ਨੇ। ਸ਼ੁਰੂਆਤ ਤੁਸੀਂ ਇੱਥੋਂ ਹੀ ਕਰੋ ਕਿ ਕੀ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ। ਗ੍ਰੀਨ ਕਾਰਡ ਹੋਲਡਰਸ ਨੂੰ ਹੱਲੇ ਥੋੜੀ ਵੇਟ ਕਰਨੀ ਪੈ ਸਕਦੀ ਆਪਣੀ ਟਰਨ ਵਾਸਤੇ। USCIS ਜਿਹੜੀ ਕਿ ਅਮਰੀਕਾ ਦੀ ਇਮੀਗ੍ਰੇਸ਼ਨ ਏਜੰਸੀ ਹੈ ਜੋ ਵੀਜ਼ਾਸ ਇਸ਼ੂ ਕਰਦੀ ਹੈ, ਉਹ ਉਸ ਦੇ ਵਿੱਚ ਕਾਫੀ ਇੰਤਜ਼ਾਰ ਚੱਲ ਰਿਹਾ ਹੈ। ਸਾਨੂੰ ਇਸ ਦੇ ਵਿੱਚ ਸਮਝਣ ਦੀ ਜ਼ਰੂਰਤ ਹੈ ਕਿ USCIS ਹਰ ਸਾਲ 1,40,000 ਵੀਜ਼ਾਸ ਇਸ਼ੂ ਕਰਦੀ ਹੈ ਗ੍ਰੀਨ ਕਾਰਡਸ, ਔਰ ਉਸ ਦੇ ਵਿੱਚ ਹਰ ਕੰਟਰੀ ਦਾ ਜੋ ਕੋਟਾ ਹੈ ਉਹ 7% ਹੈ ਜੀ। ਜਦੋਂ ਕੋਟਾ ਹਰ ਕੰਟਰੀ ਦਾ 7% ਤੋਂ ਜ਼ਿਆਦਾ ਚਲੇ ਜਾਂਦਾ ਹੈ ਤਾਂ ਉਹਦੇ ਵਿੱਚ ਬੈਕਲੌਗ ਵੱਧ ਜਾਂਦਾ ਹੈ। ਸੋ ਇੰਡੀਆ, ਚਾਈਨਾ ਵਰਗੀ ਕੰਟਰੀਜ਼, ਮੈਕਸੀਕੋ ਹੈ, ਜਿਨ੍ਹਾਂ ਦੇ ਵਿੱਚ ਜਿਹੜੇ ਹੈ ਐਪਲੀਕੈਂਟਸ ਬਹੁਤ ਜ਼ਿਆਦਾ ਹੈ ਜੀ। ਔਰ ਇਸ ਦੇ ਵਿੱਚ ਜਦੋਂ ਕੋਟਾ ਜ਼ਿਆਦਾ ਚਲੇ ਜਾਂਦਾ ਹੈ ਤਾਂ ਬੈਕਲੌਗ ਇੰਨਾ ਵੱਧ ਜਾਂਦਾ ਹੈ ਔਰ ਉਹਦੇ ਵਿੱਚ ਇੰਤਜ਼ਾਰ ਕਾਫੀ ਸਾਲਾਂ ਦਾ ਹੋ ਜਾਂਦਾ ਹੈ, ਜਿਹਦੇ ਵਿੱਚ 1 ਦਸ਼ਕ ਜਾਂ 2 ਦਸ਼ਕ, ਯਾਨੀ ਅਸੀਂ ਕਹੀਏ 15 ਤੋਂ 20 ਸਾਲ ਲੱਗ ਜਾਂਦੇ ਹਨ ਇੰਤਜ਼ਾਰ ਦੇ ਵਿੱਚ। ਔਰ ਇਸ ਦੇ ਵਿੱਚ ਜਿਹੜੀ ਸਮਝਣ ਦੀ ਜ਼ਰੂਰਤ ਹੈ, ਇੰਪਲੋਏਬਿਲਟੀ ਦੇ ਵਿੱਚ 1,40,000 ਦੇ ਵਿੱਚ ਮੇਨਲੀ ਜਿਹੜੇ ਹੈ ਪ੍ਰਾਇਮਰੀ ਐਪਲੀਕੈਂਟਸ ਵੀ ਹੁੰਦੇ ਨੇ ਜੀ। ਪ੍ਰਾਇਮਰੀ ਐਪਲੀਕੈਂਟਸ ਤੋਂ ਮਤਲਬ ਹੈ ਜਿਹੜੇ EBA ਕੈਟੇਗਰੀ ਔਰ EB2 ਕੈਟੇਗਰੀ 'ਚ ਅਪਲਾਈ ਕਰਦੇ ਹੈ। ਯੈਸ ਸਰ। ਇਹਦੇ ਵਿੱਚ EBA ਕੈਟੇਗਰੀ ਵਿੱਚ ਕੀ ਹੁੰਦਾ ਹੈ ਕਿ ਜਿਨ੍ਹਾਂ ਦੀ ਐਜੂਕੇਸ਼ਨ ਕੁਆਲੀਫਿਕੇਸ਼ਨਸ ਬਹੁਤ ਅੱਛੀ ਹੈ, ਹਾਂਜੀ। ਔਰ EB2 ਕੈਟੇਗਰੀ 'ਚ ਕੀ ਹੁੰਦਾ ਹੈ ਕਿ ਜਿਨ੍ਹਾਂ ਦੀ ਟੈਕਨੋਲੋਜੀਕਲ ਸਕਿੱਲਸ ਜਾਂ ਸਕਿੱਲ ਓਰੀਐਂਟਡ ਹੁੰਦੇ ਆ, ਉਹ ਇਸ ਕੈਟੇਗਰੀ 'ਚ ਅਪਲਾਈ ਕਰਦੇ ਹੈ। ਸੋ ਜਦੋਂ ਇਹ ਪ੍ਰਾਇਮਰੀ ਐਪਲੀਕੈਂਟ ਅਪਲਾਈ ਕਰਦੇ ਹੈ, ਇਹਨਾਂ ਨਾਲ ਫੈਮਿਲੀ ਡਿਪੈਂਡੈਂਸ ਵੀ ਹੁੰਦੇ ਹੈ। ਓਕੇ। ਸੋ 1,40,000 ਦੇ ਵਿੱਚ ਜਿਹੜੇ ਹੈ ਪ੍ਰਾਇਮਰੀ ਐਪਲੀਕੈਂਟਸ ਵੀ ਆਉਂਦੇ ਹੈ ਔਰ ਫੈਮਿਲੀ ਡਿਪੈਂਡੈਂਟਸ ਵੀ ਆ ਜਾਂਦੇ ਹੈ। ਸੋ ਜਦੋਂ ਇੰਡੀਅਨਸ ਕਰਦੇ ਹੈ ਤਾਂ ਬੇਸਿਕਲੀ 1,40,000 ਚ ਫੈਮਿਲੀ ਆਉਣ ਨਾਲ ਪ੍ਰਾਇਮਰੀ ਐਪਲੀਕੈਂਟਸ ਦਾ ਨੰਬਰ ਜਿਹੜਾ ਹੈ ਅਲੋਕੇਸ਼ਨ ਬੜੀ ਘੱਟ ਹੋ ਜਾਂਦੀ ਹੈ। ਓਕੇ ਓਕੇ। ਸੋ ਬੈਕਲੌਗ ਵੱਧ ਜਾਂਦਾ ਹੈ। ਇਹਦੇ ਵਿੱਚ ਇੱਕ ਹੋਰ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਐਪਲੀਕੈਂਟਸ ਨੇ ਅਪਲਾਈ ਕਰਨਾ ਹੁੰਦਾ ਹੈ, ਉਹਨਾਂ ਨੇ I-140 ਜਿਹੜਾ ਹੈ ਪਟੀਸ਼ਨ ਫਾਈਲ ਕਰਨਾ ਹੁੰਦਾ ਹੈ। ਜੀ ਜੀ। I-140 ਪਟੀਸ਼ਨ ਫਾਈਲ ਕਰਨ ਤੋਂ ਬਾਅਦ ਇਹਨਾਂ ਨੂੰ ਇੱਕ ਪ੍ਰਾਇਓਰਟੀ ਡੇਟ ਮਿਲਦੀ ਹੈ। ਉਸ ਪ੍ਰਾਇਓਰਟੀ ਡੇਟ ਨੂੰ ਕਰੰਟ ਡੇਟ 'ਚ ਕਨਵਰਟ ਹੋਣ ਵਾਸਤੇ ਸਾਲਾਂ ਲੱਗ ਜਾਂਦੇ ਨੇ ਜੀ। ਔਰ ਜਦੋਂ ਸਾਲਾਂ ਲੱਗ ਜਾਂਦੇ ਨੇ, ਜਦੋਂ ਉਹਨਾਂ ਦੀ ਟਰਨ ਆਉਂਦੀ ਹੈ ਤਾਂ USCIS ਜਿਹੜੀ ਹੈ ਉਸ ਨੂੰ ਵੀਜ਼ਾ ਪ੍ਰੋਸੈਸਿੰਗ ਨੂੰ ਕਾਫੀ ਸਾਲ ਲੈ ਜਾਂਦੀ ਹੈ। ਸੋ ਟਰੰਪ ਜਦੋਂ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਇਸ ਦੇ ਵਿੱਚ ਇੱਕ ਹੋਰ ਕਲਾਸ ਐਡ ਕਰ ਦਿੱਤੀ ਕਿ ਇਹਨਾਂ ਲਈ ਜਿਹੜੀ ਹੈ ਇੰਟਰਵਿਊ ਜਿਹੜੀ ਹੈ ਮੈਂਡੇਟਰੀ ਕਰ ਦਿੱਤੀ, ਜੋ ਪਹਿਲੇ ਨਹੀਂ ਹੁੰਦੀ ਸੀ। ਰਾਈਟ ਜੀ। ਉਸ ਦੇ ਨਾਲ ਵੀ ਪ੍ਰੋਸੈਸਿੰਗ ਟਾਈਮ ਕਾਫੀ ਵੱਧ ਗਿਆ। ਔਰ ਇਸ ਦੇ ਨਾਲ ਕੀ ਹੈ ਕਿ ਡਿਲੇ ਜਿਹੜੀ ਹੈ ਕਾਫੀ ਹੁੰਦੀ ਜਾ ਰਹੀ ਹੈ। ਰੀਸੈਂਟਲੀ ਜੋ USCIS ਦਾ ਡਾਟਾ ਹੈ, ਉਸ ਦੇ ਵਿੱਚ 3,69,322 ਜਿਹੜੇ ਹੈ ਐਪਲੀਕੈਂਟਸ ਜਿਹੜੇ ਹੈ ਉਹਨਾਂ ਦੀ ਐਪਲੀਕੇਸ਼ਨ ਜਿਹੜੀਆਂ ਹੈ ਵੀਜ਼ਾ ਵਾਸਤੇ ਵੇਟਿੰਗ ਵਾਸਤੇ ਪਈਆਂ ਹੋਈਆਂ, ਪੈਂਡਿੰਗਸ ਪਈਆਂ ਹੋਈਆਂ ਹੈ। ਔਰ ਇਹਨਾਂ ਨੂੰ ਬੜਾ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਔਰ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਅਕਤੂਬਰ 2021 ਤੋਂ ਲੈ ਕੇ 31 ਮਾਰਚ 2022 2 ਕੁਆਟਰ ਦੀ ਗੱਲ ਕਰੀਏ ਤਾਂ ਲਗਭਗ USCIS ਕੋਲ 37,719 ਐਪਲੀਕੇਸ਼ਨਸ ਰਿਸੀਵ ਹੋਈਆਂ। ਓਕੇ। ਜਿਹੜੀਆਂ ਵੈਲਿਡ, ਜਿਨ੍ਹਾਂ ਕੋਲ I-40 ਜਿਹੜਾ ਹੈ ਵੈਲਿਡ ਪਟੀਸ਼ਨਸ ਹੈਗਾ, ਉਹਨਾਂ ਦੇ ਵਿੱਚੋਂ ਉਹਨਾਂ ਨੇ 25,274 ਜਿਹੜੀਆਂ ਅਪਰੂਵ ਕੀਤੀਆਂ। ਸੋ ਇਸ ਦੇ ਨਾਲ ਕੀ ਹੈ ਕਿ ਹੱਲੇ ਵੀ ਪੈਂਡੈਂਸੀ ਜਿਹੜੀ ਹੈ ਕਾਫੀ ਜਿਹੜੀ ਹੈ ਵੱਧ ਗਈ ਹੈ। ਔਰ US ਦੇ ਵਿੱਚ ਰੀਸੈਂਟਲੀ ਇੱਕ ਪੋਜ਼ੀਟਿਵ ਥਿੰਗ ਇੱਕ ਕਾਂਗਰਸ ਦੇ ਵਿੱਚ ਬਿੱਲ ਜਿਹੜਾ ਹੈ ਪ੍ਰੋਸੈਸ ਇੰਟਰੋਡਿਊਸ ਹੋਇਆ ਹੈ, ਜਿਸ ਨੂੰ ਈਗਲ ਐਕਟ 2022 ਕਿਹਾ ਜਾਂਦਾ ਹੈ। ਇਸ ਦੇ ਵਿੱਚ ਇਹ ਪ੍ਰੋਵੀਜ਼ਨ ਆਈ ਹੈ ਕਿ ਇਹਨਾਂ ਦਾ ਕੋਟਾ 7% ਤੋਂ ਵਧਾ ਕੇ ਜਿਹੜਾ ਹੈ ਕੰਟਰੀ ਪਰ ਕੰਟਰੀ ਕੋਟਾ 7% ਤੋਂ 15% ਕਰ ਦਿੱਤਾ ਜਾਏ, ਜਿਹਦੇ ਨਾਲ ਚਾਂਸਸ ਹੈ ਕਿ ਇਹਨਾਂ ਦੇ ਜਿਹੜਾ ਬੈਕਲੌਗ ਹੈ ਉਹ ਕੁਝ ਘਟੇਗਾ। ਪਰ ਉਸ ਦੇ ਵਿੱਚ ਜਿਹੜਾ ਹੈ H-1B ਵੀਜ਼ਾ ਦੀ ਵੀ ਮੈਂ ਗੱਲ ਕਰਾਂਗਾ। H-1B ਵਰਕ ਵੀਜ਼ਾ ਜਿਹੜਾ ਹੈ ਉਹ ਜਿਹੜੇ ਸਕਿੱਲ ਓਰੀਐਂਟਡ ਹੈ ਉਹਨਾਂ ਨੂੰ ਇਸ਼ੂ ਕੀਤਾ ਜਾਂਦਾ ਹੈ, ਪਰਮਾਨੈਂਟ ਰੈਜ਼ੀਡੈਂਸੀ ਨਹੀਂ ਹੁੰਦੀ। ਇਹ 3 ਸਾਲ 4 ਸਾਲ ਲਈ ਜਿਹੜਾ ਹੈ ਵਰਕ ਪਰਮਿਟ ਇਸ਼ੂ ਹੁੰਦਾ ਹੈ ਸਕਿੱਲ ਮਾਈਗ੍ਰੇਸ਼ਨ ਵਾਸਤੇ, ਸਕਿੱਲ ਓਰੀਐਂਟਡ ਵਾਸਤੇ। ਓਕੇ। ਪਰ ਉਹਦੇ 'ਚ ਇੱਕ ਕਲਾਸ ਹੋਰ 2 ਕਲਾਸਿਸ ਇਹਨਾਂ ਵਾਸਤੇ ਐਡ ਹੋਈਆਂ ਨੇ ਕਿ ਜਿਹੜੀ US ਕੰਪਨੀਜ਼ ਨੇ ਜਿਹੜੀਆਂ ਉੱਥੇ ਵਰਕ ਕਰ ਰਹੀਆਂ ਨੇ, ਉਹ ਜਿਹੜਾ ਹੈ 50% ਤੋਂ ਵੱਧ ਨਾਨ ਇਮੀਗ੍ਰੈਂਟ ਨੂੰ ਵੀਜ਼ਾ H-1 ਇਸ਼ੂ ਨਹੀਂ ਕਰ ਸਕਦੀਆਂ, ਯਾਨੀ US ਸਿਟੀਜ਼ਨਸ ਨੂੰ ਅਪਰਚੁਨਿਟੀ ਦੇਣੀ ਪਏਗੀ ਉਹਨਾਂ ਨੂੰ। ਔਰ ਇਸ ਤੋਂ ਇਲਾਵਾ ਉਹ ਡਾਇਰੈਕਟ ਕੋਈ ਵੀ ਜਿਹੜੀ ਜੌਬ ਹੈ ਉਹਨੂੰ
ਪੋਸਟ ਨਹੀਂ ਕਰ ਸਕਦੀਆਂ ਡਾਇਰੈਕਟਲੀ ਨਾਨ ਇਮੀਗ੍ਰੇਸ਼ਨ ਵਾਸਤੇ। ਪਹਿਲੇ ਉਹਨਾਂ ਨੂੰ US 'ਚ ਪੋਸਟ ਕਰਨੀ ਪਏਗੀ। ਜੇ ਕੋਈ US ਨਹੀਂ ਮਿਲਦਾ ਹੈ ਤਾਂ ਫਿਰ ਉਹ ਜਿਹੜੀ ਹੈ ਜੌਬ ਜਿਹੜੀ ਹੈ ਨਾਨ ਇਮੀਗ੍ਰੇਸ਼ਨ ਨੂੰ ਦਿੱਤੀ ਜਾਏਗੀ। ਸੋ ਈਗਲ ਐਕਟ ਦੇ ਵਿੱਚ ਇਹ ਵੀ ਇੱਕ ਕਲਾਸ ਆਈ ਹੈ। ਸੋ ਇੱਕ ਲੰਬਾ ਇੰਤਜ਼ਾਰ ਹੈ। ਇਸ ਤੋਂ ਇਲਾਵਾ ਅਸੀਂ ਟਰੈਵਲ ਦੀ ਗੱਲ ਕਰੀਏ ਤਾਂ US ਦੇ ਵਿੱਚ ਜਿਹੜੀ ਹੈ ਟਰੈਵਲਿੰਗ ਵੀਜ਼ਾਸ ਦੀ ਗੱਲ ਕਰੀਏ, ਜੇ ਕੋਈ ਟਰੈਵਲ ਕਰਨਾ ਚਾਹੁੰਦਾ ਹੈ US 'ਚ ਤਾਂ ਹਾਲੇ ਤੱਕ ਜਿਹੜਾ ਉੱਥੇ 1 ਸਾਲ ਦੇ ਕੁਝ ਕੇਸਿਸ 'ਚ ਵੇਟਿੰਗ ਆ ਰਹੀ ਹੈ। ਤਾਂ ਜੇ ਤੁਸੀਂ US ਪਲਾਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਕੋਰਡਿੰਗਲੀ ਟਰੈਵਲ ਵੀਜ਼ਾ ਜਿਹੜਾ ਹੈ ਉਸ ਹਿਸਾਬ ਨਾਲ ਲਗਾਓ। ਓਕੇ। ਔਰ ਗ੍ਰੀਨ ਕਾਰਡ ਤੋਂ ਇਲਾਵਾ UK ਦੇ ਵਿੱਚ ਵੀ 7 ਵੀਕਸ ਦਾ ਡਿਲੇ ਚੱਲ ਰਿਹਾ ਹੈ। ਸ਼ੈਨਗਨ ਵੀਜ਼ਾ 'ਚ ਵੀ ਡਿਲੇ ਆ ਰਿਹਾ ਹੈ ਔਰ ਆਸਟ੍ਰੇਲੀਆ ਵੀਜ਼ਾ ਦੇ ਵਿੱਚ ਵੀ 8 ਵੀਕਸ ਦਾ ਜਿਹੜਾ ਹੈ ਉਹ ਡਿਲੇ ਪ੍ਰੋਸੈਸਿੰਗ ਜਿਹੜੀ ਹੈ ਚੱਲ ਰਹੀ ਹੈ। ਸੋ ਜੇ ਕੋਈ ਟੂਰ ਪਲਾਨ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਕੋਰਡਿੰਗਲੀ ਜਿਹੜਾ ਹੈ ਪਲਾਨ ਕਰਨਾ ਚਾਹੀਦਾ ਹੈ। ਓਕੇ, ਥੈਂਕ ਯੂ ਵੈਰੀ ਮੱਚ। ਇਹ ਤਾਂ ਕਾਫੀ ਇਲੈਬੋਰੇਟ ਤੁਸੀਂ ਕਰ ਦਿੱਤਾ ਔਰ ਸਾਡੇ ਦਰਸ਼ਕਾਂ ਨੂੰ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲਾ ਹੈ। ਸੋ ਪ੍ਰਦੀਪ ਜੀ, ਆਪਾਂ ਦੂਸਰਾ ਆਪਣਾ ਸਬਜੈਕਟ ਲੈਂਦੇ ਹਾਂ, ਜੋ ਸ਼੍ਰੀਲੰਕਾ, ਸਾਡਾ ਗੁਆਂਢੀ ਦੇਸ਼। ਕਹਿੰਦੇ ਨੇ ਕਿ ਅਸੀਂ ਆਪਣਾ ਗੁਆਂਢ ਨਹੀਂ ਬਦਲ ਸਕਦੇ ਕਿਉਂਕਿ ਇਹ ਸਾਡੀ ਜਿਓਗ੍ਰਾਫੀਕਲ ਰਿਐਲਿਟੀ ਹੈ। ਸ਼੍ਰੀਲੰਕਾ ਉੱਥੇ ਹੀ ਰਹੇਗਾ, ਭਾਰਤ ਇੱਥੇ ਹੀ ਰਹੇਗਾ। ਜੋ ਕੁਝ ਵੀ ਸ਼੍ਰੀਲੰਕਾ 'ਚ ਹੋ ਰਿਹਾ ਹੈ, ਜੋ ਵੀ ਵਾਪਰ ਰਿਹਾ, ਹੈਪਨਿੰਗਸ ਹੋ ਰਹੀਆਂ ਨੇ, ਇੰਡੀਆ ਜਿੰਨਾ ਸਾਥ ਦੇ ਸਕਦਾ ਹੈ ਜ਼ਰੂਰ ਦੇ ਰਿਹਾ। ਇਕਨੋਮਿਕਲੀ ਹੈਲਪ ਵੀ ਕਰ ਲਿਆ ਹੈ, ਪੈਟਰੋਲ ਡੀਜ਼ਲ ਜੋ ਵੀ ਕਰ ਸਕਦੇ ਹਾਂ। ਨਾਲ ਜਿਹੜਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੈਕਿਊਮ ਕ੍ਰੀਏਟ ਹੋਇਆ, ਕਿਉਂਕਿ ਚਾਹ ਸਪਲਾਈ ਹੁੰਦੀ ਸੀ ਸ਼੍ਰੀਲੰਕਾ ਤੋਂ, ਹੋਰ ਵੀ ਕਈ ਪ੍ਰੋਡਕਟਸ ਜਾਂਦੀਆਂ ਸੀ, ਉਹ ਇੰਡੀਆ ਨੇ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਔਰ ਹੁਣ ਵੀ ਕਰ ਰਿਹਾ। ਖੈਰ, ਟ੍ਰੇਡ ਦਾ ਆਪਣਾ ਕੰਪੀਟੀਸ਼ਨ ਹੈ, ਉਹ ਆਪਣੇ ਉਹਦੇ ਲਾਇਬਿਲਿਟੀਜ਼ ਹੁੰਦੀਆਂ ਨੇ, ਅਸੀਂ ਪੂਰੀਆਂ ਕਰਨੀਆਂ ਨੇ। ਸੋ ਇਸ ਵਕਤ ਜੋ ਸ਼੍ਰੀਲੰਕਾ 'ਚ ਸਿਚੁਏਸ਼ਨ ਬਣੀ ਹੋਈ ਹੈ, ਜੋ ਪੁਰਾਣੇ ਰਾਸ਼ਟਰਪਤੀ ਸਾਹਿਬ ਸੀ ਉਹ ਵੀ ਚਲੇ ਗਏ, ਪੁਰਾਣੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਚਲੇ ਗਏ, ਹੁਣ ਨਵੀਂ ਵਜ਼ਾਰਤ, ਨਵੇਂ ਲੋਕ ਆਏ ਨੇ, ਪਰ ਚੈਲੰਜ ਹੋਈ ਨੇ, ਹਾਲਾਤ ਹੋਏ ਨੇ, ਪਬਲਿਕ ਉਵੇਂ ਭੜਕੀ ਹੋਈ ਹੈ, ਕੁਝ ਸ਼ਾਂਤ ਵੀ ਹੋਈ ਹੈ ਕਿ ਚਲੋ ਨਵੀਂ ਵਜ਼ਾਰਤ ਆਈ ਹੈ, ਸ਼ਾਇਦ ਕੋਈ ਨਵੀਆਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ। ਸੋ ਤੁਹਾਡਾ ਪੁਆਇੰਟ ਆਫ ਵਿਊ ਕੀ ਬਣਦਾ ਇੱਥੇ? ਦੇਖੋ, ਸ਼੍ਰੀਲੰਕਾ ਇੱਕ ਬਹੁਤ ਹੀ ਬੁਰੀ ਇਕਨੋਮਿਕ ਸਟੇਜ ਤੋਂ ਗੁਜ਼ਰਿਆ ਹੈ, ਬਹੁਤ ਜ਼ਿਆਦਾ। ਔਰ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਰਾਜਪਕਸ਼ੇ ਗੋਟਾਬਾਇਆ, ਜਿਨ੍ਹਾਂ ਨੂੰ ਛੱਡਣਾ ਪੈ ਗਿਆ, ਕੰਟਰੀ ਛੱਡਣਾ ਪੈ ਗਿਆ ਔਰ ਪ੍ਰੈਜ਼ੀਡੈਂਟਸ਼ਿਪ ਤੋਂ ਰਿਜ਼ਾਈਨ ਕਰਨਾ ਪੈ ਗਿਆ ਕਿਉਂਕਿ ਲੋਕ ਜਿਹੜੇ ਆ ਸੜਕਾਂ 'ਤੇ ਆ ਗਏ, ਪ੍ਰੈਜ਼ੀਡੈਂਟਸ ਹਾਊਸ 'ਚ ਚਲੇ ਗਏ ਔਰ ਪ੍ਰਾਈਮ ਮਿਨਿਸਟਰ ਦੇ ਘਰ ਘੁਸ ਗਏ। ਸੋ ਅਲਟੀਮੇਟਲੀ ਉਹਨਾਂ ਨੂੰ ਜਿਹੜਾ ਹੈ ਕੰਟਰੀ ਛੱਡ ਕੇ ਜਾਣਾ ਪਿਆ। ਹੁਣ ਉੱਥੇ ਬੜੀ ਹੀ ਚੈਲੰਜਿੰਗ ਸਿਚੁਏਸ਼ਨ ਹੈ, ਲੋਕ ਸੜਕਾਂ 'ਤੇ ਹੈ। ਦੁਬਾਰਾ ਜਿਹੜੇ ਹੈ ਪ੍ਰੈਜ਼ੀਡੈਂਟ ਲਈ ਇਲੈਕਸ਼ਨਸ ਹੋਏ, ਉਸ ਦੇ ਵਿੱਚ ਰਣਿਲ ਵਿਕਰਮ ਸਿੰਘੇ ਜਿਹੜੇ ਹੈ ਉਹ 8th ਪ੍ਰੈਜ਼ੀਡੈਂਟ ਚੁਣੇ ਗਏ ਹੈ। ਔਰ ਰਣਿਲ ਵਿਕਰਮ ਸਿੰਘੇ ਦੇ ਉੱਤੇ ਐਲੀਗੇਸ਼ਨ ਆਉਂਦਾ ਹੈ ਉਹਦੇ ਵਿੱਚ, ਕਿਉਂਕਿ ਉਹ ਰਾਜਪਕਸ਼ੇ ਗੋਟਾਬਾਇਆ ਦੇ ਟਾਈਮ ਤੇ ਪ੍ਰਾਈਮ ਮਿਨਿਸਟਰ ਸੀਗੇ। ਸੋ ਉਹਨਾਂ ਦੇ ਉੱਤੇ ਐਲੀਗੇਸ਼ਨ ਹੈ ਕਿ ਉਹ ਰਾਜਪਕਸ਼ੇ ਗੋਟਾਬਾਇਆ ਨੂੰ ਸਪੋਰਟ ਕਰ ਰਹੇ ਸੀਗੇ, ਉਹਨਾਂ ਦੀ ਪਾਲਿਸੀਜ਼ ਨੂੰ ਸਪੋਰਟ ਕਰ ਰਹੇ ਸੀਗੇ। ਔਰ ਉਸ ਦੇ ਵਿੱਚ ਵੀ ਹੈ ਕਿ ਕਾਫੀ ਸਾਰੇ ਜਿਹੜੇ ਮਿਨਿਸਟਰਸ ਨੇ ਉਹ ਰਣਿਲ ਵਿਕਰਮ ਸਿੰਘੇ ਦੇ ਟਾਈਮ ਤੇ ਜਿਹੜੇ ਆ ਰਹੇ ਨੇ ਉਹ ਰਾਜਪਕਸ਼ੇ ਗੋਟਾਬਾਇਆ ਦੇ ਟੈਨਿਓਰ ਦੇ ਹੈ, ਕਿਉਂਕਿ ਰਣਿਲ ਵਿਕਰਮ ਸਿੰਘੇ ਜਿਹੜੇ ਹੈ ਉਹ 2020 ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਸੀ ਉਹ ਹਾਰ ਗਏ ਸੀਗੇ। ਔਰ ਮੋਸਟਲੀ ਜਿਹੜੇ ਪਾਰਟੀ ਦੇ MPs ਨੇ ਉਹ ਰਾਜਪਕਸ਼ੇ ਗੋਟਾਬਾਇਆ ਦੇ ਹੈ ਜੀ ਗਵਰਨਮੈਂਟ ਦੇ ਵਿੱਚ। ਔਰ ਦਿਨੇਸ਼ ਗੁਣਵਰਧਨੇ ਜਿਹੜੇ ਹੈ ਪ੍ਰਾਈਮ ਮਿਨਿਸਟਰ ਬਣੇ ਹੈ। ਸੋ ਇਹਨਾਂ ਲਈ ਸਭ ਤੋਂ ਵੱਡਾ ਜਿਹੜਾ ਕਰੰਟਲੀ ਚੈਲੰਜ ਹੈ ਕਿ ਜੋ ਲੋਕ ਸੜਕਾਂ 'ਤੇ ਹੈ ਉੱਥੇ ਅਮਨ ਔਰ ਸ਼ਾਂਤੀ ਲੈ ਕੇ ਆਉਣਾ। ਸਭ ਤੋਂ ਪਹਿਲੇ ਇਹ ਜ਼ਰੂਰਤ ਹੈ ਕਿ ਅਮਨ ਐਂਡ ਸ਼ਾਂਤੀ ਇੱਕ ਬੜਾ ਵੱਡਾ ਚੈਲੰਜ ਹੈ, ਬਹੁਤ ਵੱਡਾ ਚੈਲੰਜ। ਸੋ ਉਸ ਲਈ ਉਹਨਾਂ ਨੇ ਆਰਮੀ ਡਿਪਲੋਏ ਕੀਤੀ ਹੈ ਔਰ ਲੋਕਾਂ ਨੂੰ ਜਿਹੜਾ ਹੈ ਉਹ ਸ਼ਾਂਤੀ ਲਈ ਕਰ ਰਹੇ ਹੈ, ਐਮਰਜੈਂਸੀ ਲਾਗੂ ਹੋਇਆ। ਹੁਣ ਉੱਥੇ ਚੈਲੰਜਿੰਗ ਟਾਸਕ ਉਸ ਤੋਂ ਬਾਅਦ, ਕਿਉਂਕਿ ਕਾਰਨ ਇਹ ਹੈ ਕਿ ਲੋਕ ਸੜਕਾਂ 'ਤੇ ਕਿਉਂ ਆਏ। ਚੈਲੰਜਿੰਗ ਟਾਸਕ ਇਹ ਹੈ ਕਿ ਸ਼੍ਰੀਲੰਕਾ ਦੇ ਵਿੱਚ ਜਿਹੜੀ ਹੈ ਫੂਡ, ਮੈਡੀਸਨਸ, ਇਨਫਲੇਸ਼ਨ ਜਿਹੜੀ ਹੈ ਇੱਕ ਪ੍ਰੋਬਲਮ ਹੈ। ਫੂਡ ਜਿਹੜੀ ਉਹ ਸਕਾਰਸਿਟੀ ਹੈ, ਮੈਡੀਸਨਸ ਦੀ ਸਕਾਰਸਿਟੀ ਹੈ, ਫਿਊਲ ਜਿਹੜਾ ਹੈ ਬਹੁਤ ਜ਼ਿਆਦਾ ਪ੍ਰਾਈਸਿਸ ਰਾਈਜ਼ ਕਰ ਗਏ ਔਰ ਉਸ ਦੇ ਕਾਰਨ ਕੀ ਹੈ, ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ। ਸੋ ਜਿਨ੍ਹਾਂ ਕਰਕੇ ਲੋਕ ਜਿਹੜੇ ਆ ਉਹ ਸੜਕਾਂ 'ਤੇ ਆ ਗਏ, ਇਕਨੋਮਿਕ ਕ੍ਰਾਈਸਿਸ ਆ ਗਿਆ। ਸੋ ਸਭ ਤੋਂ ਪਹਿਲੇ ਉਹਨਾਂ ਲਈ ਚੈਲੰਜਿੰਗ ਇਹ ਹੈ, ਉਹਦੇ ਵਾਸਤੇ ਮੈਂ ਹੋਰ ਐਡ ਕਰਾਂਗੀ ਕਿ ਇੰਡੀਅਨ ਗਵਰਨਮੈਂਟ ਨੇ ਬਹੁਤ ਜ਼ਿਆਦਾ ਐਜ਼ ਅ ਨੇਬਰਿੰਗ ਕੰਟਰੀ, ਜਿੱਦਾਂ ਤੁਸੀਂ ਕਿਹਾ ਕਿ ਬਹੁਤ ਜ਼ਿਆਦਾ ਇੰਡੀਅਨ ਗਵਰਨਮੈਂਟ ਨੇ ਸਪੋਰਟ ਕੀਤੀ ਹੈ। ਲਗਭਗ 3 ਬਿਲੀਅਨ ਦੇ ਕਰੀਬ ਜਿਹੜੀ ਹੈ ਇੰਡੀਆ ਨੇ ਸਪੋਰਟ ਕੀਤੀ ਹੈ ਮੈਡੀਸਨਸ ਦੀ ਫਾਰਮ 'ਚ, ਫੂਡ ਦੀ ਫਾਰਮ ਦੇ ਵਿੱਚ। ਤਾਂ ਸਭ ਤੋਂ ਪਹਿਲੇ ਰਣਿਲ ਵਿਕਰਮ ਸਿੰਘੇ ਲਈ ਚੈਲੰਜ ਇਹ ਹੈ ਕਿ ਉਹ ਇੰਡੀਆ ਤੋਂ ਹੋਰ ਸਪੋਰਟ ਜਿਹੜੀ ਹੈ ਲੈ ਕੇ ਆਉਣ ਤਾਂ ਕਿ ਉੱਥੇ ਜਿਹੜੀ ਹੈ ਥੋੜ੍ਹੇ ਨਾਰਮਲਸੀ ਆਏ, ਫੂਡ ਦੀ ਜਿਹੜੀ ਸਪਲਾਈ ਹੋਏ, ਮੈਡੀਸਨਸ ਦੀ ਸਪਲਾਈ ਹੋਏ ਔਰ ਸਭ ਤੋਂ ਇੰਪੋਰਟੈਂਟ ਕਰੂਡ ਆਇਲ, ਫੂਡ ਦੀ, ਪੈਟਰੋਲ ਦੀ ਸਪਲਾਈ ਹੋਏ ਔਰ ਫਰਟੀਲਾਈਜ਼ਰਸ ਦੀ ਵੀ ਸਪਲਾਈ ਹੋਏ ਜੀ। ਔਰ ਉਸ ਤੋਂ ਬਾਅਦ ਉਹਨਾਂ ਲਈ ਸੈਕਿੰਡ ਇਹ ਹੈ ਕਿ ਉਹ IMF ਤੋਂ ਬੇਲ ਆਊਟ ਪੈਕੇਜ ਲੈ ਕੇ ਆਉਣ। ਸ਼ੋਰ। ਔਰ ਉਹ ਕਹਿ ਰਿਹਾ ਕਿ ਉਹਨਾਂ ਦੀ IMF ਦੇ ਨਾਲ ਜਿਹੜੀ ਹੈ ਬੇਲ ਆਊਟ ਲਈ ਜਿਹੜੀ ਗੱਲਬਾਤ ਆ ਉਹ ਐਡਵਾਂਸ ਸਟੇਜ ਤੇ ਚੱਲ ਰਹੀ ਹੈ। ਔਰ ਅਗਰ IMF ਬੇਲ ਆਊਟ ਪੈਕੇਜ ਆਏਗਾ ਤਾਂ ਉਹਨਾਂ ਦੇ ਉੱਤੇ ਕੁਝ ਕੰਡੀਸ਼ਨਸ ਵੀ ਆਉਣਗੀਆਂ ਜਿਹੜੀਆਂ ਉਹਨਾਂ ਨੂੰ IMF ਜਿਹੜੀ ਵਰਲਡ ਬੈਂਕ ਆਰਗੇਨਾਈਜੇਸ਼ਨ ਹੈ, ਇੰਟਰਨੈਸ਼ਨਲ ਮੋਨੇਟਰੀ ਫੰਡ ਵੀ ਕਿਹਾ ਜਾਂਦਾ ਹੈ, ਸੋ ਉਹਨਾਂ ਦੇ ਉੱਤੇ ਕੁਝ ਕੰਡੀਸ਼ਨਸ ਵੀ ਜਿਹੜੀਆਂ ਹੈ ਲੈ ਕੇ ਆਉਣਗੀਆਂ। ਤਾਂ ਸਭ ਤੋਂ ਵੱਡਾ ਚੈਲੰਜ ਜੇ ਉਹ ਫੂਡ, ਮੈਡੀਸਨਸ, ਇਨਫਲੇਸ਼ਨ ਜਿਹੜੀ ਹੈ, ਉਸ ਦੇ ਕਾਰਨ ਕੀ ਹੈ, ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ। ਸੋ ਉਹਨਾਂ ਦੇ ਉੱਤੇ ਕੁਝ ਕੰਡੀਸ਼ਨਸ ਵੀ ਜਿਹੜੀਆਂ ਲੈ ਕੇ ਆਉਣਗੀਆਂ। ਸ਼ੋਰ। ਸੋ ਸਭ ਤੋਂ ਵੱਡਾ ਚੈਲੰਜ ਜੇ ਉਹ ਫੂਡ, ਮੈਡੀਸਨਸ, ਇਨਫਲੇਸ਼ਨ ਜਿਹੜੀ ਹੈ, ਉਸ ਦੇ ਕਾਰਨ ਕੀ ਹੈ, ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ।
ਪੈਟਰੋਲ, ਮੈਡੀਸਨ ਔਰ ਫਰਟੀਲਾਈਜ਼ਰਸ ਜੋ ਸ਼੍ਰੀਲੰਕਾ ਦੇ ਵਿੱਚ ਲੈ ਆਉਂਦੇ ਨੇ, ਔਰ ਉਸ ਤੋਂ ਬਾਅਦ ਜਿਹੜੇ ਹੈ ਲੋਕ ਸ਼ਾਇਦ ਥੋੜੇ ਹੈ ਨੋਰਮਲਸੀ ਦੀ ਹਾਲਾਤ 'ਚ ਆਉਣਗੇ, ਇਨਫਲੇਸ਼ਨ ਕੰਟਰੋਲ ਹੋਏਗੀ, ਫਿਰ ਜਾ ਕੇ ਥੋੜ੍ਹਾ ਜਿਹਾ ਉਹ ਚੈਲੰਜਿੰਗ ਟਾਸਕ ਜਿਹੜਾ ਹੈ ਖਤਮ ਹੋਏਗਾ। ਹੁਣ ਕੁਐਸਚਨ ਤੁਸੀਂ ਪੁੱਛਿਆ ਚੈਲੰਜਿੰਗ ਟਾਸਕ, ਜੋ ਚੈਲੰਜਿੰਗ ਟਾਸਕ ਇਸ ਕਰਕੇ ਕਿਉਂਕਿ ਇਹ ਇੱਕ ਵੱਖਰਾ ਹੀ ਚੈਲੰਜ ਹੈ, ਬਿਲਕੁਲ ਫੇਲੂਅਰ ਹੈ ਗਵਰਨਮੈਂਟ ਦਾ ਔਰ ਇਕਨੋਮੀ ਦਾ ਬਿਲਕੁਲ ਫੇਲੂਅਰ ਹੈ। ਔਰ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਉਹ ਐਗਰੀਕਲਚਰ ਦੀਆਂ ਜਿਹੜੀਆਂ ਪਾਲਿਸੀਜ਼ ਉਹਨਾਂ ਨੇ ਅਪਣਾਈਆਂ ਨੈਚੁਰਲ ਫਾਰਮਿੰਗ ਵੱਲ, ਤਾਂ ਉਹ ਜ਼ਿਆਦਾ ਸਕਸੈਸਫੁਲ ਨਹੀਂ ਹੋਈਆਂ। ਔਰ ਕੁਝ ਇੱਕ ਮੈਨੂੰ ਅੰਦੇਸ਼ਾ ਹੈ, ਮੈਂ ਤੁਹਾਡੇ ਕੋਲ ਉਹਦਾ ਹੀ ਜਵਾਬ ਚਾਹਾਂਗਾ ਜਦੋਂ ਤੁਸੀਂ ਇਹਦਾ ਜਵਾਬ ਦੇ ਲਵੋਗੇ। ਪੰਜਾਬ ਦੇ ਨਾਲ ਜਦੋਂ ਆਪਾਂ ਰਿਲੇਟ ਕਰਕੇ ਦੇਖਦੇ ਹਾਂ ਨਾ, ਇੱਥੇ ਵੀ ਅਸੀਂ ਨੈਚੁਰਲ ਫਾਰਮਿੰਗ ਇਹਦੇ ਉੱਤੇ ਕਾਫੀ ਜ਼ਿਆਦਾ ਜ਼ੋਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਖੈਰ ਆਪਾਂ ਸ਼ੁਰੂਆਤ ਕਰਦੇ ਹਾਂ ਜੋ ਚੈਲੰਜ ਹੈ। ਦੇਖੋ, ਤੁਸੀਂ ਨੈਚੁਰਲ ਫਾਰਮਿੰਗ ਦੀ ਗੱਲ ਕਰਦੇ ਆ, ਐਕਚੁਅਲੀ ਸ਼੍ਰੀਲੰਕਾ ਇੱਕ ਕ੍ਰਾਈਸਿਸ 'ਚ ਕਿਉਂ ਪਹੁੰਚਿਆ? ਜੀ ਸ਼੍ਰੀਲੰਕਾ ਨੇ ਬਹੁਤ ਜ਼ਿਆਦਾ ਜਿਹੜਾ ਡੈਪਟ ਸੀਗਾ ਉਹ ਚਾਈਨਾ ਤੋਂ ਲਿਆ ਹੈ। ਲੋਨ, ਚਾਈਨਾ ਇੱਕ ਬਿਜ਼ਨਸ ਕੰਟਰੀ ਹੈ, ਜਦੋਂ ਲੋਨ ਦਿੰਦਾ ਬਹੁਤ ਸਾਰੀਆਂ ਸ਼ਰਤਾਂ ਇੰਪੋਜ਼ ਕਰਦਾ ਹੈ। ਤਾਂ ਚਾਈਨਾ ਨੇ ਜਿਹੜਾ ਉਹਨਾਂ ਨੂੰ ਲੋਨ ਦਿੱਤਾ, ਉਹ ਲੋਨ ਜਿਹੜਾ ਹੈ ਕਾਫੀ ਹਾਇਰ ਇੰਟਰਸਟ ਰੇਟ 'ਤੇ ਦਿੱਤਾ, ਜਿਸ ਦੇ ਨਾਲ ਜਿਹੜਾ ਉਹਨਾਂ ਲਈ ਜਿਹੜਾ ਹੈ ਉਹ ਲੋਨ ਜਿਹੜਾ ਚੁਕਾਉਣਾ ਮੁਸ਼ਕਿਲ ਹੋ ਗਿਆ। ਚਾਈਨਾ ਨੇ ਕੰਡੀਸ਼ਨਸ ਇੰਪੋਜ਼ ਕੀਤੀਆਂ, ਔਰ ਇੱਥੋਂ ਤੱਕ ਇਹ ਵੀ ਆ ਰਿਹਾ ਕੁਝ ਲੋਨ ਗਵਰਨਮੈਂਟ ਟੂ ਗਵਰਨਮੈਂਟ ਹੁੰਦੇ ਆ, ਕੁਝ ਜਿਹੜੇ ਆ ਆਰਗੇਨਾਈਜੇਸ਼ਨ ਟੂ ਆਰਗੇਨਾਈਜੇਸ਼ਨ ਹੁੰਦੇ ਆ। ਸੋ ਜੋ ਲੋਨ ਲੋਕਾਂ ਦੇ ਸਾਹਮਣੇ ਹੈ ਗਵਰਨਮੈਂਟ ਟੂ ਗਵਰਨਮੈਂਟ ਹੈ, ਬਟ ਕਿਹਾ ਇਹ ਜਾ ਰਿਹਾ ਹੈ ਕਿ ਸ਼੍ਰੀਲੰਕਾ ਦੇ ਉੱਤੇ ਚਾਈਨਾ ਦਾ ਲੋਨ ਉਸ ਤੋਂ ਕਿੰਨੇ ਟਾਈਮਸ ਜ਼ਿਆਦਾ ਹੈ ਜਿਹੜਾ ਕਿ ਸਾਹਮਣੇ ਨਹੀਂ ਆਇਆ ਹੈ, ਜਿਸ ਕਰਕੇ ਸ਼੍ਰੀਲੰਕਾ ਨੂੰ ਆਪਣਾ ਇੱਕ ਪੋਰਟ ਵੀ ਚਾਈਨਾ ਨੂੰ ਸਰੈਂਡਰ ਕਰਨਾ ਪੈ ਗਿਆ ਹੈ। ਔਰ ਤੁਸੀਂ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਨੈਚੁਰਲ ਫਾਰਮਿੰਗ, ਹੁਣ ਸ਼੍ਰੀਲੰਕਾ ਨੇ ਕੀ ਕੀਤਾ ਹੈ, ਚਾਈਨਾ ਤੋਂ ਬਹੁਤ ਜ਼ਿਆਦਾ ਜਿਹੜੀ ਹੈ ਖਾਦ, ਆਰਗੈਨਿਕ ਖਾਦ ਜਿਹੜੀ ਹੈ ਉਹ ਖਰੀਦੀ ਬਹੁਤ ਜ਼ਿਆਦਾ। ਉਹ ਖਾਦ ਬੜੇ ਉੱਚੇ ਦਾਮ ਤੇ ਉੱਤੇ ਖਰੀਦੀ, ਔਰ ਉਹਨਾਂ ਨੇ ਸ਼੍ਰੀਲੰਕਾ ਨੇ ਕੰਡੀਸ਼ਨ ਲਗਾ ਦਿੱਤੀ ਕਿ ਸ਼੍ਰੀਲੰਕਾ 'ਚ 100% ਜਿਹੜੀ ਫਾਰਮਿੰਗ ਹੋਏਗੀ ਉਹ ਆਰਗੈਨਿਕ ਫਾਰਮਿੰਗ ਹੋਏਗੀ। ਔਰ ਸਟੈਪ ਤਾਂ ਇਹਨਾਂ ਨੇ ਅੱਛਾ ਲਿਆ, ਬਟ ਆਰਗੈਨਿਕ ਫਾਰਮਿੰਗ ਦੇ ਜਿਹੜੇ ਰਿਜ਼ਲਟਸ ਨੇ ਉਹ ਆਉਣ ਨੂੰ ਟਾਈਮ ਲੱਗਦਾ ਹੈ। ਹੁਣ ਉਹ ਇੱਕ ਤਾਂ ਉਹ ਖਾਦ ਇੰਨੀ ਅੱਛੀ ਕੁਆਲਿਟੀ ਨਹੀਂ ਸੀਗੀ, ਉਸ ਦੇ ਨਾਲ ਕੀ ਹੋਇਆ, ਸ਼੍ਰੀਲੰਕਾ ਦੀ ਜਿਹੜੀ ਫੂਡ ਪ੍ਰੋਡਕਸ਼ਨ ਹੈ ਇੱਕਦਮ ਥੱਲੇ ਚਲੀ ਗਈ। ਓ ਗॉड। ਉਸ ਦੇ ਨਾਲ ਕੀ ਹੋਇਆ, ਸ਼੍ਰੀਲੰਕਾ 'ਚ ਫੂਡ ਜਿਹੜੀ ਅਵੇਲੇਬਿਲਿਟੀ ਉਹ ਘਟ ਗਈ ਬਹੁਤ ਜ਼ਿਆਦਾ। ਸੋ ਇੱਕ ਕ੍ਰਾਈਸਿਸ ਆ ਗਿਆ। ਸੋ ਫਰਟੀਲਾਈਜ਼ਰਸ ਜਿਹੜੇ ਉਹਨਾਂ ਕੋਲ ਨਹੀਂ ਹੈਗੇ, ਹਾਈ ਕਾਸਟ। ਸੋ ਪੰਜਾਬ ਦੇ ਨਾਲ ਅਸੀਂ ਕੋਰਿਲੇਟ ਕਰਾਂਗੇ ਕਿ ਆਰਗੈਨਿਕ ਫਾਰਮਿੰਗ ਦੇ ਨਾਲ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ। ਦੂਸਰਾ, ਸ਼੍ਰੀਲੰਕਾ ਦੇ ਵਿੱਚ ਜਿਹੜਾ ਹੈ ਪੰਜਾਬ ਨਾਲ ਅਸੀਂ ਕੋਰਿਲੇਟ ਕਰਾਂਗੇ, ਸ਼੍ਰੀਲੰਕਾ ਦੇ ਵਿੱਚ ਸਬਸਿਡੀਜ਼ ਬਹੁਤ ਜ਼ਿਆਦਾ ਹੈ। ਸੋ ਸਾਨੂੰ ਪੰਜਾਬ ਦੇ ਲੋਕਾਂ ਨੂੰ ਜਿੱਦਾਂ ਸਬਸਿਡੀਜ਼ ਦੀ ਆਦਤ ਪੈ ਗਈ ਹੈ, ਫ੍ਰੀ ਇਲੈਕਟ੍ਰਿਸਿਟੀ ਜਾਂ ਫ੍ਰੀ ਇਹ ਜਾਂ ਫ੍ਰੀ ਉਹ ਜੋ ਵੀ ਹੈ, ਤਾਂ ਸ਼੍ਰੀਲੰਕਾ ਨੇ ਆਪਣੇ ਬਹੁਤ ਸਾਰੇ ਲੋਕਾਂ ਨੂੰ ਫ੍ਰੀ ਸਬਸਿਡੀਜ਼ ਦਿੱਤੀਆਂ, ਜਿਨ੍ਹਾਂ ਕਰਕੇ ਜਿਹੜਾ ਟੈਕਸ ਕਲੈਕਸ਼ਨ ਸੀਗਾ ਉਹ ਬਹੁਤ ਘੱਟ ਸੀਗਾ, ਔਰ ਜਿਹੜੀ ਸਬਸਿਡੀਜ਼ ਦੀ ਫਾਰਮ ਦੇ ਵਿੱਚ ਜਿਹੜਾ ਖਰਚਾ ਸੀਗਾ ਬਹੁਤ ਜ਼ਿਆਦਾ ਸੀਗਾ। ਤਾਂ ਸਾਡੀ ਗੌਰਮੈਂਟ ਨੂੰ ਵੀ ਜਿਹੜਾ ਹੈ ਇਸ ਦੇ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਬਸਿਡੀਜ਼ ਤੇ ਅਸੀਂ ਦੇ ਰਹੇ ਹਾਂ, ਪਰ ਉਹਦਾ ਰੈਵਨਿਊ ਜਨਰੇਸ਼ਨਸ, ਉਹਦਾ ਟੈਕਸ ਕਲੈਕਸ਼ਨਸ, ਕਿਆ ਉਹ ਬੈਲੈਂਸ ਅਸੀਂ ਬਣਾ ਪਾਵਾਂਗੇ? ਨਹੀਂ ਤਾਂ ਫਿਰ ਅਸੀਂ ਕੱਲ੍ਹ ਨੂੰ ਸ਼੍ਰੀਲੰਕਾ ਵਾਲੀ ਸਟੇਜ ਦੇ ਉੱਤੇ ਪਹੁੰਚ ਜਾਵਾਂਗੇ। ਇਹ ਐਕਸਪੀਰੀਅੰਸ ਸਾਨੂੰ ਹੈ ਤੇ ਸਾਨੂੰ ਇਹ ਸਿੱਖਣਾ ਚਾਹੀਦਾ, ਕਿਉਂਕਿ ਜ਼ਿਆਦਾ ਜੋ ਲੋਨ ਲੈਂਦੇ ਨੇ ਤਨਖਾਹਾਂ ਤੇ ਜਾ ਰਿਹਾ, ਜੋ ਰਿਟਾਇਰਮੈਂਟ ਬਾਅਦ ਪੈਨਸ਼ਨਸ ਤੇ ਜਾ ਰਿਹਾ ਤੇ ਸਬਸਿਡੀਜ਼ ਤੇ ਜਾ ਰਿਹਾ, ਡਿਵੈਲਪਮੈਂਟ ਵਾਸਤੇ ਇੰਨਾ ਬਚਦਾ ਨਹੀਂ ਹੈ। ਸ਼੍ਰੀਲੰਕਾ ਵਿੱਚ ਵੀ ਇਹੀ ਹਾਲ ਹੋਇਆ। ਇਸ ਵਕਤ ਇੰਨੀ ਜ਼ਿਆਦਾ ਕ੍ਰਾਈਸਿਸ ਹੈ ਕਿ ਲੋਕਾਂ ਨੇ ਅੱਗਾਂ ਤੱਕ ਲਗਾ ਦਿੱਤੀਆਂ ਨੇ ਆਫੀਸ਼ੀਅਲ ਬਿਲਡਿੰਗਸ ਨੂੰ। ਸੋ ਪੰਜਾਬ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਔਰ ਉਸ ਦੇ ਮੁਤਾਬਿਕ ਚੱਲਣਾ ਚਾਹੀਦਾ। ਸੋ ਬਹੁਤ ਵਧੀਆ ਰਿਹਾ, ਇਹ ਤਾਂ ਸਾਡੇ ਪੰਜਾਬ ਵਾਸਤੇ ਵੀ ਇੱਕ ਨਸੀਹਤ ਵਾਲੀ ਗੱਲ ਹੋ ਗਈ। ਸੋ ਹੁਣ ਆਪਾਂ ਅੱਗੇ ਵਧੀਏ ਪ੍ਰਦੀਪ ਜੀ। ਅਗਲਾ ਸਬਜੈਕਟ ਆਪਣਾ ਹੈ ਜੋ ਗ੍ਰੇਟ ਬ੍ਰਿਟੇਨ, ਜੋ ਸਾਡਾ ਇੱਕ ਤਰ੍ਹਾਂ ਨਾਲ ਪੁਰਾਣੇ ਸਮੇਂ ਦੇ ਵਿੱਚ ਰੂਲਰ ਰਿਹਾ ਹੈ, ਸਾਨੂੰ ਰਾਜ ਕਰਕੇ ਗਿਆ, ਬਲਕਿ ਦੁਨੀਆ ਦੇ 75% ਹਿੱਸੇ 'ਤੇ ਉਹਨਾਂ ਦਾ ਰਾਜ ਰਿਹਾ। ਅੱਜ ਸਾਡਾ ਭਾਰਤੀ ਮੂਲ ਦਾ ਇੱਕ ਬੰਦਾ, ਇੱਕ ਇਨਸਾਨ, ਰਿਸ਼ੀ ਸੁਨਕ, ਪ੍ਰਾਈਮ ਮਿਨਿਸਟਰਸ਼ਿਪ ਦੀ ਦੌੜ ਦੇ ਵਿੱਚ ਅੱਗੇ ਹੈ, ਔਰ ਪੂਰੇ ਚਾਂਸਸ ਲੱਗ ਰਹੇ ਨੇ ਕਿ ਉਹ ਬਣਨਗੇ ਪ੍ਰਾਈਮ ਮਿਨਿਸਟਰ ਆਫ ਗ੍ਰੇਟ ਬ੍ਰਿਟੇਨ। ਸੋ ਇੱਕ ਇੰਟਰਸਟਿੰਗ ਵੀ ਹੈ, ਬੜਾ ਦਿਲਚਸਪ ਹੈ, ਸਭ ਕੁਝ ਦਿਲਚਸਪ ਘਟਨਾਵਾਂ ਹੋ ਰਹੀਆਂ ਨੇ, ਪਰ ਕਿਤੇ ਨਾ ਕਿਤੇ ਇਹ ਵੀ ਚੀਜ਼ ਵੀ ਆ ਰਹੀ ਹੈ ਕਿ ਉਹਨਾਂ ਦੀ ਕੈਬਨਿਟ ਦੇ ਵਿੱਚ ਵੀ ਇਹ ਗੱਲਾਂ ਹੋ ਰਹੀਆਂ ਨੇ ਕਿ ਇਹਨਾਂ ਨੂੰ ਸਪੋਰਟ ਨਾ ਕਰੋ। ਜੌਨਸਨ ਸਾਹਿਬ ਕਹਿ ਰਹੇ ਨੇ ਸਪੋਰਟ ਨਾ ਕਰੋ, ਹਾਲਾਂਕਿ ਲੰਡਨ ਸਕੂਲ ਆਫ ਕਾਮਰਸ ਤੋਂ ਪੜ੍ਹੇ ਹੋਏ, ਪਹਿਲਾਂ ਫਾਈਨੈਂਸ ਦੇ ਵਿੱਚ ਰਹੇ ਨੇ, ਸੋ ਕਾਫੀ ਜ਼ਿਆਦਾ ਤਰੱਕੀ ਕੀਤੀ ਹੈ। ਸੋ ਆਬਜ਼ਰਵੇਸ਼ਨ ਇਹ ਹੈ ਕਿ ਇੱਕ ਬਹੁਤ ਵਧੀਆ PM ਸਾਬਿਤ ਹੋਣਗੇ। ਸੋ ਵਾਟ ਇਜ਼ ਯੋਰ ਟੇਕ? ਦੇਖੋ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੰਡੀਅਨ ਔਰੀਜਨ ਨੇ ਬਹੁਤ ਜ਼ਿਆਦਾ ਖੁਸ਼ੀ ਹੈ, ਇਸ ਦੇ ਨਾਲ ਹੀ ਪਹਿਲੇ ਮੈਂ ਕੋਰਿਲੇਟ ਕਰਾਂਗਾ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ। ਯੈਸ। ਤਾਂ ਸਾਨੂੰ ਐਜ਼ ਏ ਇੰਡੀਅਨ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਇੰਡੀਅਨ ਔਰੀਜਨ ਜਿਹੜੇ ਹੈ ਫੋਰਨ ਦੇ ਵਿੱਚ ਕਿਤੇ ਅੱਛੀ ਪੋਜੀਸ਼ਨਸ 'ਤੇ ਪਹੁੰਚਦੇ ਹੈ, ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟਸ਼ਿਪ। ਜ਼ਬਰਦਸਤ ਪੋਜੀਸ਼ਨਸ। ਸੋ ਰਿਸ਼ੀ ਸੁਨਾਕ, ਜਿਸ ਤਰ੍ਹਾਂ ਤੁਸੀਂ ਕਿਹਾ,
ਫਿਫਥ ਰਾਊਂਡ ਤੋਂ ਬਾਅਦ ਜਿਹੜੇ ਹੈ ਅੱਗੇ ਚੱਲ ਰਹੇ ਹੈ ਔਰ ਇਹਨਾਂ ਨੇ ਲਗਭਗ 137 ਵੋਟਸ ਤੋਂ ਲੀਡ ਕੀਤਾ ਹੈ ਫਿਫਥ ਰਾਊਂਡ 'ਚ। ਐਮਪੀਜ਼ ਕੰਜ਼ਰਵੇਟਿਵ ਪਾਰਟੀਜ਼ ਨੇ ਐਮਪੀਜ਼ ਨੇ ਇਹਨਾਂ ਨੂੰ ਹਰ ਰਾਊਂਡ 'ਚ ਸਪੋਰਟ ਕੀਤੀ ਹੈ। ਔਰ ਦੂਸਰੇ ਨੰਬਰ ਤੇ ਹੈ ਲਿਜ਼ ਟਰਸ ਜਿਹੜੀ ਹੈ ਸੈਕਿੰਡ ਆਈ ਹੈ 113 ਵੋਟਸ ਤੋਂ ਬਾਅਦ। ਤੋ ਰਿਸ਼ੀ ਸੁਨਾਕ ਨੇ ਲੀਡ ਕੀਤਾ ਹੈ ਔਰ ਉਸ ਤੋਂ ਬਾਅਦ ਹੁਣ ਇਹਨਾਂ ਦੇ ਇਲੈਕਸ਼ਨਸ ਹੋਣੇ ਹੈ ਕੰਜ਼ਰਵੇਟਿਵ ਪਾਰਟੀਜ਼ ਦੇ। ਹਾਂਜੀ, ਇਨਰ ਇਲੈਕਸ਼ਨਸ ਹੋਣੇ ਹੈ ਪ੍ਰਾਈਮ ਮਿਨਿਸਟਰ ਕੈਂਡੀਡੇਟ ਜਿਹੜਾ ਹੈ ਫਾਈਨਲ ਇਲੈਕਟ ਕਰਨ ਵਾਸਤੇ, ਜਿਸ ਦੇ ਕਿ ਰਿਜ਼ਲਟ 5 ਸਤੰਬਰ ਨੂੰ ਆਉਣਗੇ। ਸੋ 1 ਮਹੀਨਾ ਚਲੇਗਾ ਪੋਸਟਲ ਬੈਲਟ ਵੀ। ਔਰ ਰਿਸ਼ੀ ਸੁਨਾਕ ਜਿਨ੍ਹਾਂ ਦੀ ਕੁਆਲੀਫਿਕੇਸ਼ਨ, ਜਿਸ ਦੀ ਤੁਸੀਂ ਗੱਲ ਕੀਤੀ ਹੈ ਦੀ ਕੁਆਲੀਫਿਕੇਸ਼ਨ ਹੈ ਬ੍ਰਿਟੇਨ ਤੋਂ, ਉਹਨਾਂ ਦੀ ਕੁਆਲੀਫਿਕੇਸ਼ਨ ਬ੍ਰਿਟੇਨ ਦੇ ਬੜੇ ਅੱਛੇ ਪ੍ਰਾਈਵੇਟ ਸਕੂਲ ਤੋਂ ਹੈ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਇਕਨੋਮਿਕਸ ਦੇ ਵਿੱਚ ਗ੍ਰੈਜੂਏਸ਼ਨ ਹੈ ਔਰ ਸਟੈਨਫੋਰਡ ਯੂਨੀਵਰਸਿਟੀ ਤੋਂ MBA ਹੈ। ਔਰ ਰਿਸ਼ੀ ਸੁਨਾਕ ਜੋ ਹੈ ਉਹਨਾਂ ਦੇ ਲਈ ਹੁਣ ਚੈਲੰਜ ਕੀ ਹੈ, ਜਿਹੜੀ ਜਦੋਂ ਪ੍ਰਾਈਮ ਮਿਨਿਸਟਰ ਇਲੈਕਟ ਕਰਨਾ ਹੈ ਤਾਂ ਉਹਦੇ ਲਈ ਉਹਨਾਂ ਨੂੰ ਕੰਜ਼ਰਵੇਟਿਵ ਪਾਰਟੀਜ਼ ਦੇ ਬੇਸ ਵੋਟਰ ਤੋਂ ਵੋਟਸ ਪੈਣੀਆਂ ਹੈ। ਪਹਿਲੇ ਇਹ 1,60,000 ਸੀ ਪਿਛਲੇ ਪ੍ਰਾਈਮ ਮਿਨਿਸਟਰ ਕੈਂਡੀਡੇਟ ਦੇ ਟਾਈਮ ਤੇ, ਜੋ ਕਿ ਐਕਸਪੈਕਟਡ ਹੈ ਇਸ ਵਾਰ 2 ਲੱਖ ਦੇ ਕਰੀਬ ਜਿਹੜੀਆਂ ਹੈ ਵੋਟਸ ਜਿਹੜੀਆਂ ਹੈ ਪਾਣੀਆਂ ਹੈ ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਨੂੰ ਇਲੈਕਟ ਕਰਨਾ ਹੈ। ਤਾਂ ਉਹਨਾਂ ਲਈ ਚੈਲੰਜਿੰਗ ਟਾਸਕ ਜਿਹੜਾ ਹੈ ਕਿ ਨੰਬਰ 1 ਉਸ ਬੇਸ ਵੋਟਰ ਨੂੰ ਕਵਰ ਕਰਨਾ ਹੈ। ਔਰ ਰਿਸ਼ੀ ਸੁਨਾਕ ਦੇ ਉੱਤੇ ਕੁਝ ਐਲੀਗੇਸ਼ਨਸ ਵੀ ਨੇ। ਉਹਦੇ ਵਿੱਚ ਕੀ ਹੈ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਇੰਡੀਅਨ ਜਿਹੜੇ ਹੈ IT ਟਾਈਕੂਨ ਇਨਫੋਸਿਸ ਦੇ ਹੈ, ਉਹਨਾਂ ਦੀ ਡਾਟਰ ਹੈ। ਔਰ ਬ੍ਰਿਟੇਨ ਦੇ ਵਿੱਚ ਇੱਕ ਰੂਲ ਹੈ ਕਿ ਜੋ ਨਾਨ ਇਮੀਗ੍ਰੈਂਟ ਨੇ ਹੈ ਉਹਨਾਂ ਦੀ ਜਿਹੜੀ ਬਾਹਰੋਂ ਰੈਵਨਿਊ ਜਨਰੇਸ਼ਨ ਹੁੰਦਾ ਉੱਤੇ ਟੈਕਸ ਪੇਬਲ ਦੀ ਲਾਇਬਿਲਿਟੀ ਨਹੀਂ ਹੈ। ਤੋ ਰਿਸ਼ੀ ਸੁਨਾਕ ਦੇ ਉੱਤੇ ਇਹ ਵੀ ਐਲੀਗੇਸ਼ਨ ਸੀਗਾ ਕਿ ਉਹਨਾਂ ਨੇ ਸਟਰਕਚਰਲ ਬੈਨੀਫਿਟਸ ਡਿਊਰਿੰਗ ਫਾਈਨਾਂਸ ਮਿਨਿਸਟਰ ਜਿਹੜੇ ਹੈ ਚੇਂਜਸ ਕੀਤੇ ਆਪਣੀ ਵਾਈਫ ਨੂੰ ਟੈਕਸ ਬੈਨੀਫਿਟ ਦੇਣ ਵਾਸਤੇ। ਔਰ ਰਿਸ਼ੀ ਸੁਨਾਕ ਦੀ ਵਾਈਫ ਨੇ ਰੀਸੈਂਟਲੀ ਇਹ ਵੀ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਹੈ ਟੈਕਸ ਜਿਹੜਾ ਹੈ ਬ੍ਰਿਟੇਨ ਦੇ ਵਿੱਚ ਪੇ ਕਰਨਗੇ, ਜੋ ਉਹਨਾਂ ਦਾ ਇੰਡੀਅਨ ਜੋ ਵੀ IT ਕੰਪਨੀ ਤੋਂ ਇਨਫੋਸਿਸ ਦੇ ਉਹਨਾਂ ਦਾ ਜੋ ਵੀ ਸਟੇਕ ਹੋਲਡਰ ਹੈ ਉੱਤੇ ਰੈਵਨਿਊ ਜਨਰੇਸ਼ਨਸ ਹੁੰਦਾ ਹੈ। ਰਾਈਟ। ਤਾਂ ਰਿਸ਼ੀ ਸੁਨਾਕ ਦੇ ਫੇਵਰ 'ਚ ਇੱਕ ਗੱਲ ਇਹ ਜਾਂਦੀ ਹੈ ਕਿ ਕੋਵਿਡ ਟਾਈਮਸ ਦੇ ਉੱਤੇ ਉਹਨਾਂ ਨੇ ਬੜੇ ਅੱਛੇ ਸਟੈਪਸ ਲਿੱਤੇ ਸੀਗੇ ਜਿਨ੍ਹਾਂ ਦੀ ਕਾਫੀ ਪ੍ਰੇਜ਼ ਹੋਈ ਸੀਗੀ ਬ੍ਰਿਟੇਨ ਦੇ ਵਿੱਚ ਉਹਨਾਂ ਨੇ। ਪਰ ਉਸ ਦੇ ਨਾਲ ਹੀ ਉਹਨਾਂ ਦੇ ਕੁਝ ਐਲੀਗੇਸ਼ਨਸ ਵੀ ਆਏ ਕਿ ਉਹਨਾਂ ਨੇ ਜਿਹੜਾ ਹੈ ਟੈਕਸ ਜਿਹੜਾ ਹੈ ਕਾਫੀ ਇਨਕਰੀਜ਼ ਕਰ ਦਿੱਤਾ ਉਸ ਤੋਂ ਬਾਅਦ। ਔਰ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਇਹ ਜਿਹੜੇ ਹੈ ਰੂਟ ਜਿਹੜੇ ਹੈ ਮਾਸਿਸ ਦੇ ਨਾਲ ਇਹਨਾਂ ਨੂੰ ਪ੍ਰੋਬਲਮਸ ਦਾ ਨਹੀਂ ਪਤਾ, ਸੋ ਇਸ ਦੇ ਨਾਲ ਉਹਨਾਂ ਨੂੰ ਚੈਲੰਜਸ ਆ ਰਹੇ ਹਨ। ਠੀਕ ਹੈ। ਔਰ ਰੀਸੈਂਟਲੀ YouGov ਇੱਕ ਏਜੰਸੀ ਹੈ ਜਿਹਨੇ ਸਰਵੇ ਕਰਵਾਇਆ ਹੈ, ਉਸ ਦੇ ਵਿੱਚ ਜੋ ਆ ਰਿਹਾ ਹੈ ਕਿ ਜੋ ਲਿਜ਼ ਟਰਸ ਹੈ ਉਹ ਜਿਹੜਾ ਬੇਸ ਵੋਟਰ ਦੇ ਵਿੱਚ ਉਹ ਥੋੜਾ ਲੀਡ ਕਰ ਰਿਹਾ ਹੈ 65-35% ਨਾਲ। ਰਾਈਟ। ਤੋ ਰਿਸ਼ੀ ਸੁਨਾਕ ਲਈ ਟਫ ਹੈ ਪ੍ਰਾਈਮ ਮਿਨਿਸਟਰ ਲਈ, ਆਲਦੋ 5 ਰਾਊਂਡਸ ਬੜੇ ਅੱਛੇ ਉਹਨਾਂ ਨੇ ਲੀਡ ਕੀਤੇ ਹੈ, MPs ਦੀ ਸਪੋਰਟ ਹੈ, ਪਰ ਪ੍ਰਾਈਮ ਮਿਨਿਸਟਰ ਲਈ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਉਹ ਬੇਸ ਵੋਟਰ ਨੂੰ ਕਵਰ ਕਰਨਾ, ਉਹਨਾਂ ਤੋਂ ਵੋਟਸ ਲੈਣ ਲਈ ਉਹ ਕਾਫੀ ਪ੍ਰਮੋਸ਼ਨਸ ਕਰ ਰਹੇ ਨੇ, ਵੀਡੀਓਜ਼ ਰਿਲੀਜ਼ ਕਰ ਰਹੇ ਨੇ ਔਰ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਸੋ ਬੜਾ ਇੰਟਰਸਟਿੰਗ ਹੈ। ਸੋ 5 ਸਤੰਬਰ ਨੂੰ ਸਾਨੂੰ ਪਤਾ ਲੱਗੇਗਾ ਕਿ ਕੌਣ ਬ੍ਰਿਟੇਨ ਨੂੰ ਜੋ ਹੈ ਲੀਡ ਕਰਦਾ ਹੈ। ਵੈਸੇ ਤੁਹਾਨੂੰ ਕੀ ਆਬਜ਼ਰਵੇਸ਼ਨ ਤੁਹਾਡੀ ਕੀ ਲੱਗ ਰਹੀ ਹੈ? ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਕਹਿੰਦੇ ਹਾਂ ਕਿ ਰਿਸ਼ੀ ਸੁਨਾਕ ਆਨ, ਬਟ ਜੋ ਲੋਕਾਂ ਦਾ ਜੋ ਉੱਥੇ ਮੈਂ ਤੁਹਾਨੂੰ ਦੱਸਿਆ YouGov ਦਾ ਜੋ ਪੋਲ ਹੈ ਉਹਦੇ ਵਿੱਚ ਉਹ ਐਜ ਜਿਹੜਾ ਹੈ ਉਹ ਲਿਜ਼ ਟਰਸ ਨੂੰ ਜਾ ਰਿਹਾ ਹੈ। ਉਹ ਜੌਨਸਨ ਗਵਰਨਮੈਂਟ ਦੇ ਵਿੱਚ ਜਿਹੜੇ ਹੈ ਫੋਰਨ ਸੈਕਟਰੀ ਰਹਿ ਚੁੱਕੇ ਹੈ ਔਰ ਰਿਸ਼ੀ ਸੁਨਾਕ ਜਿਹੜੇ ਹੈ ਫਾਈਨਾਂਸ ਸੈਕਟਰ ਰਹਿ ਚੁੱਕੇ ਹੈ। ਔਰ ਰਿਸ਼ੀ ਸੁਨਾਕ ਨੇ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਹੈ ਕਿ ਜੌਨਸਨ ਨੂੰ ਰਿਜ਼ਾਈਨ ਕਰਨ ਦਾ ਕਾਰਨ ਕੀ ਸੀਗਾ। ਸਭ ਤੋਂ ਪਹਿਲੇ ਰਿਸ਼ੀ ਸੁਨਾਕ ਨੇ ਰਿਜ਼ਾਈਨ ਕੀਤਾ ਸੀ ਉਹਨਾਂ ਦੀ ਗਵਰਨਮੈਂਟ ਦੇ ਵਿੱਚ। ਰਿਸ਼ੀ ਸੁਨਾਕ ਦੇ ਰਿਜ਼ਾਈਨ ਕਰਨ ਤੋਂ ਬਾਅਦ ਕੀ ਹੋਇਆ, ਕੁਝ ਮਿਨਿਸਟਰਸ ਨੇ ਰਿਜ਼ਾਈਨ ਕਰ ਦਿੱਤਾ, ਜਿਸ ਦੇ ਨਾਲ ਜੌਨਸਨ ਨੂੰ ਐਜ਼ ਅ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰਨਾ ਪੈ ਗਿਆ। ਬੋਰਿਸ ਜੌਨਸਨ ਨੂੰ ਰਿਜ਼ਾਈਨ ਕਰਨ ਤੋਂ ਬਾਅਦ ਹੁਣ ਉਹ ਥੋੜਾ ਜਿਹਾ ਉਹਨਾਂ ਨੂੰ ਇਹ ਹੈ ਕਿ ਰਿਸ਼ੀ ਸੁਨਾਕ ਐਜ਼ ਅ ਪ੍ਰਾਈਮ ਮਿਨਿਸਟਰ ਨਹੀਂ ਆਉਣੇ ਚਾਹੀਦੇ, ਹੋਰ ਜਿਹੜਾ ਮਰਜ਼ੀ ਐਜ਼ ਅ ਪ੍ਰਾਈਮ ਮਿਨਿਸਟਰ। ਥੋੜਾ ਮਨ 'ਚ ਗੱਲ ਵੀ ਹੁੰਦੀ ਨਾ, ਖੱਟਾ ਹੋ ਗਿਆ ਹੈ ਮਨ। ਖੈਰ ਇਹ ਤਾਂ ਹੁਣ ਟਾਈਮ ਦੱਸੇਗਾ, ਬਟ ਸਾਡੀਆਂ ਵਿਸ਼ੇਸ ਨੇ ਕਿ ਰਿਸ਼ੀ ਆਉਣ ਔਰ ਸਾਨੂੰ ਪ੍ਰਾਊਡ ਫੀਲ ਹੋਵੇ ਕਿ ਜਿੰਨਾ ਕੰਟਰੀਜ਼ ਨੇ ਸਾਡੇ ਉੱਤੇ ਰੂਲ ਕੀਤਾ ਅਸੀਂ ਉਹਨਾਂ ਉੱਤੇ ਰੂਲ ਕਰਦੇ ਪਏ ਹਾਂ, ਅਸੀਂ ਉਹਨਾਂ ਦੀ ਗਵਰਨਮੈਂਟ ਚਲਾ ਰਹੇ ਹਾਂ। ਸੋ ਇਟਸ ਅ ਗੁੱਡ ਸਾਈਨ। ਸੋ ਪ੍ਰਦੀਪ ਜੀ ਅੱਗੇ ਵਧਦੇ ਹਾਂ ਹੁਣ ਆਪਾਂ। ਇੱਕ ਯੁੱਧ ਜੋ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਚੱਲ ਰਿਹਾ, ਇੰਨੀ ਉਮੀਦ ਨਹੀਂ ਸੀਗੀ, ਲੱਗਦਾ ਸੀਗਾ ਕਿ 2-4 ਦਿਨ ਦੀ ਗੇਮ ਹੈ, ਬਟ ਨਹੀਂ, ਬਹੁਤ ਲੰਬਾ ਚਲਾ ਗਿਆ। ਉਹਨਾਂ ਨੂੰ ਇਮਦਾਦ ਵੀ ਬਹੁਤ ਮਿਲ ਰਹੀ ਹੈ, ਯੂਕਰੇਨ ਨੂੰ ਪੈਸਾ ਮਿਲ ਰਿਹਾ ਹੈ, ਹਥਿਆਰ ਮਿਲ ਰਹੇ ਨੇ, ਬਹੁਤ ਕੁਝ ਮਿਲ ਰਿਹਾ। ਤਾਂ ਕਹਿੰਦੇ ਨੇ ਕਿ ਜੇ ਪੁਤਿਨ ਸਾਹਿਬ ਦੀ ਗੱਲ ਮੰਨ ਲੈਣ, ਜ਼ੈਲੈਂਸਕੀ ਸਾਹਿਬ, ਕਿਉਂਕਿ ਨਾਮ ਤਾਂ ਦੋਵਾਂ ਦੇ ਇੱਕੋ ਜਿਹੇ ਨੇ, ਵਲਾਦੀਮੀਰ, ਦੋਵੇਂ ਇੱਕ ਦੂਜੇ ਦੀ ਗੱਲ ਮੰਨ ਲੈਣ ਤਾਂ ਕਿਉਂ ਨਾ ਇਹ ਯੁੱਧ ਰੁਕ ਜਾਵੇ। ਬਟ ਜੋ ਵੀ ਸਿਚੁਏਸ਼ਨ ਬਣੀ ਹੋਈ ਹੈ,
ਸੋ ਇਸ ਵਕਤ ਕੁਝ ਐਗਰੀਮੈਂਟ ਵੀ ਹੋਇਆ ਹੈ, ਯੂਐਨਓ ਨੇ ਵਿੱਚ ਪੈ ਕੇ ਸਮਝੌਤਾ ਵੀ ਕਰਾਇਆ, ਜੋ ਫੂਡ ਕ੍ਰਾਈਸਿਸ ਬਹੁਤ ਜ਼ਿਆਦਾ ਵੱਧ ਗਈਆਂ ਸੀ। ਸੋ ਇਹਨੂੰ ਐਲੈਬੋਰੇਟ ਕਰਕੇ ਸਾਨੂੰ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਕੀ ਫਿਊਚਰ ਬਣੇਗਾ ਇਹਦਾ? ਜੀ ਰੀਸੈਂਟਲੀ ਹੁਣੇ ਐਗਰੀਮੈਂਟ ਹੋਇਆ ਹੈ ਇਸਤਾਨਬੁਲ ਦੇ ਵਿੱਚ ਜੀ, ਯੂਐਨ ਸੈਕਟਰੀ ਜਨਰਲ ਔਰ ਟਰਕੀ ਪ੍ਰੈਜ਼ੀਡੈਂਟ ਦੀ ਪ੍ਰੈਜ਼ੈਂਸ ਦੇ ਵਿੱਚ ਐਗਰੀਮੈਂਟ ਹੋਇਆ ਹੈ, ਜਿਸ ਦੇ ਵਿੱਚ ਰਸ਼ੀਅਨ ਡਿਫੈਂਸ ਮਿਨਿਸਟਰ ਔਰ ਯੂਕਰੇਨ ਦੇ ਮਿਨਿਸਟਰ ਸੀਗੇ। ਔਰ ਇਸ ਦੇ ਵਿੱਚ ਇੱਕ ਮਜ਼ੇਦਾਰ ਗੱਲ ਹੈ ਕਿ ਇਹਨਾਂ ਦੇ ਮਿਨਿਸਟਰਸ ਨੇ ਹੱਥ ਜਿਹੜੇ ਸਾਈਨ ਇਕੱਠੇ ਨਹੀਂ ਕੀਤੇ, ਅਲੱਗ-ਅਲੱਗ ਸਾਈਨ ਕੀਤੇ ਨੇ। ਔਰ ਇਸ ਦੇ ਵਿੱਚ ਐਗਰੀਮੈਂਟ ਹੋਇਆ ਹੈ ਫੂਡ ਸਪਲਾਈ ਦਾ। ਜੀ, ਜਦੋਂ ਦਾ ਫੈਬਰਰੀ ਦੀ ਇਹਨਾਂ ਦੇ ਵਿੱਚ ਲੜਾਈ ਹੈ, ਯੂਕਰੇਨ ਫੈਬਰਰੀ 2022 ਤੋਂ ਸ਼ੁਰੂ ਹੋਈ ਹੈ। ਯੂਕਰੇਨ ਔਰ ਰਸ਼ੀਆ ਦੀ ਜਦੋਂ ਦੀ ਲੜਾਈ ਹੈ, ਬਹੁਤ ਸਾਰਾ ਜਿਹੜਾ ਗ੍ਰੇਨ ਹੈ ਉਹ ਯੂਕਰੇਨ ਦੇ ਬਾਰਡਰ ਜਿਹੜੇ ਪੋਰਟ ਹੈ ਬਲੈਕ ਸੀ ਦੇ ਉੱਤੇ ਰੁਕਿਆ ਹੋਇਆ ਹੈ ਜੀ, ਜਿਹਦੇ ਨਾਲ ਪੂਰੇ ਯੂਰਪ ਦੀ ਜਿਹੜੀ ਹੈ ਸਪਲਾਈ ਚੇਨ ਰੁਕੀ ਹੋਈ ਹੈ ਔਰ ਪੂਰੇ ਵਰਲਡ ਦੀ ਜਿਹੜੀ ਹੈ ਫੂਡ ਸਪਲਾਈ ਜਿਹੜੀ ਹੈ ਰੁਕੀ ਹੋਈ ਹੈ, ਕਿਉਂਕਿ ਯੂਕਰੇਨ ਔਰ ਰਸ਼ੀਆ ਜਿਹੜੇ ਆ ਉਹ ਕਾਫੀ ਜ਼ਿਆਦਾ ਪ੍ਰੋਡਿਊਸ ਕਰਦੇ ਨੇ ਗ੍ਰੇਨ, ਜਿਹੜੇ ਆ ਪ੍ਰੋਡਿਊਸਰਸ ਨੇ। ਸੋ ਕਾਫੀ ਦੇਰ ਤੋਂ ਉਹ ਜਿਹੜਾ ਹੈ ਉੱਤੇ ਪੋਰਟਸ ਦੇ ਉੱਤੇ ਰੁਕੇ ਹੋਏ ਹੈ। ਸੋ ਇਸ ਐਗਰੀਮੈਂਟ ਦੇ ਵਿੱਚ ਜਿਹੜਾ ਹੈ ਡਿਸੀਜਨ ਹੋਇਆ ਹੈ ਕਿ ਇਹਨਾਂ ਦੇ ਵਿੱਚ ਜਿਹੜੀ ਸਪਲਾਈ ਹੈ ਯੂਕਰੇਨ ਦੇ ਥਰੂ ਜਿਹੜੀ ਹੈ ਬਲੈਕ ਸੀ ਤੋਂ ਸਮੂਥ ਚੱਲੇਗੀ ਔਰ ਉਸ ਦੇ ਵਿੱਚ ਸਟਾਰਟ ਹੋ ਜਾਏਗੀ। ਔਰ ਇਸ ਦੇ ਨਾਲ ਕੁਝ ਹੱਦ ਤੱਕ ਜਿਹੜੀਆਂ ਯੂਰਪ ਦੀ ਪ੍ਰੋਬਲਮਸ ਜਿਹੜੀਆਂ ਨੇ ਫੂਡ ਸਪਲਾਈ ਦੀਆਂ ਜਿਹੜੇ ਆਉਣ ਵਾਲੇ ਟਾਈਮ 'ਚ ਥੋੜ੍ਹੀਆਂ ਘੱਟ। ਔਰ ਇਸ ਦੇ ਵਿੱਚ ਇਹ ਵੀ ਹੈ ਕਿ ਪਰ ਇਸ ਦੇ ਵਿੱਚ ਇਹਨੂੰ ਇੰਪਲੀਮੈਂਟੇਸ਼ਨ ਹੋਣ ਨੂੰ ਹਲੇ ਥੋੜ੍ਹਾ ਜਿਹਾ ਟਾਈਮ ਲੱਗ ਜਾਏਗਾ ਜੀ, ਕਿਉਂਕਿ ਇਹ ਹਲੇ ਐਗਰੀਮੈਂਟ ਹੋਇਆ ਹੈ। ਸੋ ਗ੍ਰੈਜੂਅਲੀ ਜਿਹੜਾ ਹੈ ਥੋੜ੍ਹੀ ਦੇਰ ਬਾਅਦ ਔਰ ਜਦੋਂ ਸਪਲਾਈ ਕੰਟੀਨਿਊ ਹੋਣ ਨਹੀਂ 3-4 ਮਹੀਨੇ, ਕਿਉਂਕਿ ਸ਼ਿਪਸ ਦੇ ਥਰੂ ਜਾਣੀ ਹੈ, ਸੋ 3-4 ਮਹੀਨੇ ਇਹਨੂੰ ਲੱਗ ਜਾਣੇ ਹੈ ਪੂਰੇ ਵਰਲਡ 'ਚ ਸਪਲਾਈ ਸਮੂਥ ਹੋਣ ਨਾਲ। ਉਸ ਦੇ ਨਾਲ ਜਿਹੜੀ ਹੈ ਫੂਡ ਦੀ ਸਪਲਾਈ ਜਿਹੜੀ ਹੈ ਫੂਡ ਸਕਾਰਸਿਟੀ ਹੈ ਵਰਲਡ ਦੇ ਵਿੱਚ ਉਹ ਘੱਟ ਹੋਏਗੀ ਜਿਹੜੀ ਇਹਦੇ ਵਿੱਚ। ਠੀਕ ਹੈ, ਬਹੁਤ ਵਧੀਆ। ਸੋ ਇਹਦੇ ਨਾਲ ਇਹ ਵੀ ਹੈ ਕਿ ਜੋ ਪੁਤਿਨ ਸਾਹਿਬ ਨੇ ਇੱਕ ਕਾਰਡ ਖੇਲਿਆ ਸੀਗਾ, ਇਮੋਸ਼ਨਲ ਕਾਰਡ ਖੇਲਿਆ ਸੀਗਾ ਕਿ ਜਿਹੜੇ ਯੂਕਰੇਨ ਦੇ ਸਾਰੇ ਬਾਸ਼ਿੰਦੇ ਨੇ ਉਹਨਾਂ ਨੂੰ ਅਸੀਂ ਰਸ਼ੀਅਨ ਸਿਟੀਜ਼ਨਸ਼ਿਪ ਦੇ ਦਿੰਦੇ ਹਾਂ। ਖੈਰ ਉਹ ਕਾਰਡ ਤਾਂ ਨਹੀਂ ਚੱਲਿਆ ਕਿਉਂਕਿ ਯੂਕਰੇਨ ਵਾਲੇ ਆਪਣੇ ਜ਼ਿੱਦ 'ਤੇ ਅੜੇ ਹੋਏ ਨੇ। ਖੈਰ ਉਹ ਉਹਨਾਂ ਦੇ ਆਪਣੇ ਇੰਟਰਨਲ ਮਾਮਲੇ ਨੇ। ਜੋ ਵਰਲਡ ਦਾ ਮਾਮਲਾ ਹੈ ਉਹਦੇ ਵਿੱਚ ਜਿਹੜੀ ਫੂਡ ਦੀ ਪ੍ਰੋਬਲਮ ਹੈ ਇਹ ਹੱਲ ਹੋਈ ਹੈ, ਇੱਕ ਬਹੁਤ ਗੁੱਡ ਸਾਈਨ ਹੈ। ਥੋੜਾ ਟਾਈਮ ਲੱਗੇਗਾ, 4 ਮਹੀਨੇ ਲੱਗ ਜਾਣਗੇ ਸਪਲਾਈ ਜਿਹੜੀ ਹੈ। ਯੈਸ, ਬਟ ਇਟਸ ਅ ਗੁੱਡ ਸਾਈਨ, ਚੰਗਾ ਪੋਜ਼ਿਟਿਵ ਸਟੈਪ ਹੈ। ਯੂਐਨਓ ਦੀ ਇੰਟਰਵੈਂਸ਼ਨ ਹੋਈ ਹੈ, ਸੋ ਬਹੁਤ ਵਧੀਆ। ਯੁੱਧ ਵੀ ਰੁਕ ਜਾਵੇ ਤਾਂ ਬਹੁਤ ਵਧੀਆ ਹੈ। ਸੋ ਪ੍ਰਦੀਪ ਜੀ ਬਹੁਤ ਵਧੀਆ ਰਿਹਾ ਔਰ ਆਪਾਂ ਤਕਰੀਬਨ ਸਾਰੇ ਜੋ ਬਰਨਿੰਗ ਟੌਪਿਕਸ ਨੇ ਵਰਲਡ ਲੈਵਲ ਦੇ ਜੀਓਪੋਲਿਟਿਕਸ ਐਂਡ ਜੀਓ ਇਕਨੋਮਿਕਸ ਆਪਾਂ ਸਾਰੇ ਡਿਸਕਸ ਕੀਤੇ ਨੇ ਤੇ ਸਾਡੇ ਦਰਸ਼ਕਾਂ ਨੂੰ ਇਹਦਾ ਬਹੁਤ ਫਾਇਦਾ ਹੋਣ ਵਾਲਾ ਹੈ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਹਮੇਸ਼ਾ ਇਹੀ ਕਹਿੰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਜ਼ਰੂਰ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰਦੀਪ ਜੀ। ਧੰਨਵਾਦ ਜੀ। ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ NRI ਵਰਲਡ ਦਾ ਹਿੱਸਾ ਬਣੇ। ਸੋ NRI ਵਰਲਡ ਇਸੇ ਤਰ੍ਹਾਂ ਹੀ ਦੇਖਦੇ ਰਹੋ ਔਰ ਪੰਜਾਬ ਮਿਲ USA TV ਨੂੰ ਇੰਜੋਏ ਕਰਦੇ ਰਹੋ। ਸਤਿ ਸ਼੍ਰੀ ਅਕਾਲ ਜੀ।